ਦੀ ਗਰੇਵਾਲ ਸੋਚ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ। ਤੁਹਾਡੇ ਲਈ ਨਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ ਜੀ। ਅੱਜ ਫਿਰ ਤੁਹਾਡੇ ਨਾਲ ਕੁਝ ਚਲੰਤ ਮਾਮਲਿਆਂ ਬਾਰੇ ਗੱਲਬਾਤ ਕਰਾਂਗੇ। ਵਰਲਡ ਇਕਨੋਮਿਕ ਫੋਰਮ ਦੀ ਇੱਕ ਰਿਪੋਰਟ ਆਈ ਆ, ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਅਗਲੇ 50 ਸਾਲਾਂ ਦੇ ਵਿੱਚ ਪੂਰੀ ਦੁਨੀਆ ਭਰ ਦੇ ਵਿੱਚੋਂ 14 ਮਿਲੀਅਨ ਜਿਹੜੀਆਂ ਨੌਕਰੀਆਂ ਨੇ ਉਹ ਖਤਮ ਹੋ ਜਾਣੀਆਂ। ਭਾਵ ਜੇ ਆਪਾਂ ਭਾਰਤੀ ਕਰੰਸੀ ਵਿੱਚ ਗੱਲ ਕਰੀਏ ਤਾਂ 1 ਅਰਬ 40 ਲੱਖ ਜਿਹੜੀਆਂ ਨੌਕਰੀਆਂ ਨੇ ਉਹ ਖਤਮ ਹੋ ਜਾਣੀਆਂ। ਸੋ ਪੂਰੀ ਦੁਨੀਆ ਦੇ ਇਹ ਅੰਕੜੇ ਨੇ। ਸੋ ਵੱਖ-ਵੱਖ ਦੇਸ਼ਾਂ ਦੇ ਵਿੱਚ ਇਹ ਅੰਕੜੇ ਵੱਖੋ-ਵੱਖ ਹੋ ਸਕਦੇ ਨੇ, ਪਰ ਆਪਾਂ ਗੱਲ ਕਰਾਂਗੇ ਆਲ ਓਵਰ ਪੂਰੇ ਦੁਨੀਆ ਦੀ ਤੇ ਨਾਲ ਦੀ ਨਾਲ ਨਾਰਥ ਅਮਰੀਕਾ ਤੇ ਆਪਣੇ ਦੇਸ਼ ਕੈਨੇਡਾ ਦੀ। ਇਸ ਵਿਸ਼ੇ ਤੇ ਗੱਲ ਕਰਨ ਲਈ ਤੇ ਮੇਰੇ ਨਾਲ ਅੱਜ ਹਾਜ਼ਰ ਨੇ ਸਟੂਡੀਓ ਵਿੱਚ ਹਰਕੀਰਤ ਜੀ। ਉਹਨਾਂ ਦੇ ਨਾਲ ਇਸ ਵਿਸ਼ੇ ਤੇ ਇੱਕ ਹੋਰ ਵਿਸ਼ੇ ਤੇ ਚਰਚਾ ਕਰਾਂਗੇ। ਹਰਕੀਰਤ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਿਮਰਤ ਜੀ। ਹਰਕੀਰਤ ਜੀ, ਇੱਕ ਜਿਹੜੀ ਨਵੀਂ ਰਿਪੋਰਟ ਆਈ ਆ ਵਰਲਡ ਇਕਨੋਮਿਕ ਫੋਰਮ ਵੱਲੋਂ ਦੱਸਿਆ ਗਿਆ ਹੈ ਕਿ ਜਿਹੜੀ ਪੂਰੀ ਦੁਨੀਆ ਦੇ ਵਿੱਚ ਤਕਰੀਬਨ 14 ਮਿਲੀਅਨ ਜਿਹੜੀਆਂ ਜੌਬਸ ਨੇ ਉਹ ਆਉਣ ਵਾਲੇ 50 ਸਾਲਾਂ ਦੇ ਵਿੱਚ ਖਤਮ ਹੋ ਜਾਣੀਆਂ ਨੇ। ਤੁਸੀਂ ਇਸ ਨੂੰ ਸਭ ਤੋਂ ਪਹਿਲਾਂ ਦੱਸੋ ਵੀ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ, ਜਿਹੜੇ ਇਹ ਰਿਪੋਰਟ ਆਈ ਹੈ ਨਵੀਂ। ਗਰੇਵਾਲ ਸਾਹਿਬ, ਐਕਚੁਅਲੀ ਜੋ 14 ਮਿਲੀਅਨ ਆਪਾਂ ਗੱਲ ਕਰਦੇ ਹੈਗੇ ਆ, ਉਹ ਇਸ ਤਰ੍ਹਾਂ ਗੱਲ ਕਰਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੇ ਆਪਾਂ ਪੋਜ਼ਿਟਿਵਲੀ ਉਹਨੂੰ ਸ਼ੁਰੂ ਕਰੀਏ ਤਾਂ 69 ਮਿਲੀਅਨ ਜਿਹੜੀਆਂ ਜੌਬਸ ਨੇ ਉਹ ਕ੍ਰੀਏਟ ਕੀਤੀਆਂ ਜਾਣਗੀਆਂ। ਠੀਕ ਹੈ। ਲੇਕਿਨ 83 ਮਿਲੀਅਨ ਚਲੀਆਂ ਜਾਣਗੀਆਂ। ਸੋ ਡਿਫਰੈਂਸ ਇਜ਼ 14 ਮਿਲੀਅਨ। ਵੀ ਜਿੰਨੀਆਂ ਕ੍ਰੀਏਟ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਜੌਬ ਜਿਹੜੀਆਂ ਹੈਗੀਆਂ ਨੇ ਉਹ ਵੈਨਿਸ਼ ਹੋ ਜਾਣਗੀਆਂ। ਠੀਕ ਹੈ, ਖਤਮ ਹੋ ਜਾਣਗੀਆਂ। ਹੁਣ ਇਹਦੇ ਵਿੱਚ ਜਦ ਆਪਾਂ ਗੱਲ ਕਰੀਏ ਵੀ ਇਹ ਕਿਉਂ ਖਤਮ ਹੋ ਜਾਣਗੀਆਂ, ਤਾਂ ਮੋਸਟਲੀ ਇਹਦੇ 'ਚ ਦੋਨੇ ਚੀਜ਼ਾਂ ਆਉਂਦੀਆਂ ਨੇ। ਇੱਕ ਤਾਂ ਜੋ ਪੋਲੀਟੀਕਲ ਸਿਨੈਰੀਓ ਚੱਲ ਰਹੇ ਨੇ ਬਹੁਤ ਜ਼ਿਆਦਾ, ਉਹ ਬਹੁਤ ਇੰਪੈਕਟ ਕਰ ਰਿਹਾ ਹੈ। ਸੈਕੰਡ ਗੱਲ ਤੇ ਕਿ ਟੈਕਨੋਲੋਜੀ। ਸੋ ਟੈਕ ਪੋਜ਼ਿਟਿਵ ਵੀ ਹੈ ਤੇ ਨੈਗੇਟਿਵ ਵੀ ਹੈ। ਜੇ ਆਪਾਂ ਥੋੜ੍ਹਾ ਜਿਹਾ ਬੈਕਗਰਾਊਂਡ ਵਿੱਚ ਜਾਈਏ ਤਾਂ ਤੁਸੀਂ ਇਹ ਦੇਖੋ ਕਿ 1940s ਤੋਂ ਜਿਹੜੀਆਂ ਜੌਬਸ 1940 ਅੱਜ ਅਵੇਲੇਬਲ ਹੈਗੀਆਂ ਨੇ ਉਹ 1940s ਦੇ ਵਿੱਚ ਐਗਜ਼ਿਸਟ ਨਹੀਂ ਕਰਦੀਆਂ ਸੀ। ਲੋਕਾਂ ਨੂੰ ਪਤਾ ਹੀ ਨਹੀਂ ਸੀ। ਹਾਂਜੀ, ਬਿਲਕੁਲ, ਵੀ ਉਹ ਹੋਣਗੀਆਂ ਜਾਂ ਨਹੀਂ ਹੋਣਗੀਆਂ। ਸੋ ਇਸ ਤਰ੍ਹਾਂ ਮੈਂ ਹਮੇਸ਼ਾ ਇਹ ਗੱਲ ਕਰਦਾ ਹੁੰਦਾ ਕਿ ਜਿਹੜੇ ਪਿਛਲੇ 2000 ਸਾਲ ਦੇ ਵਿੱਚ ਜਿੰਨਾ ਗਰੋਥ ਟੈਕਨੋਲੋਜੀ ਨੇ ਕੀਤਾ ਸੀ ਉਹ ਪਿਛਲੇ 200 ਸਾਲਾਂ ਦੇ ਵਿੱਚ ਕੀਤਾ। ਸੋ ਜਿੰਨੇ ਪਿਛਲੇ 200 ਸਾਲਾਂ ਦੇ ਵਿੱਚ ਕੀਤਾ ਸੀ ਉਹ 50 ਸਾਲ ਦੇ ਵਿੱਚ ਗਰੋ ਕੀਤਾ ਸੀ 1950 ਤੋਂ ਲੈ ਕੇ 2000 ਦੇ ਵਿੱਚ। ਐਂਡ ਇਸ ਸੈਂਚੁਰੀ ਜਿਹੜੀ ਆ ਨਿਊ ਮਿਲੇਨੀਅਮ ਦੀ ਆਪਾਂ ਗੱਲ ਕਰਦੇ ਹੈਗੇ ਆ, ਜਿੰਨਾ ਪਿਛਲੇ 50 ਸਾਲਾਂ 'ਚ ਕੀਤਾ ਉਹ 10 ਸਾਲਾਂ ਵਿੱਚ ਕੀਤਾ। ਸੋ ਇਸ ਤਰ੍ਹਾਂ ਆਪਾਂ ਜੇ ਗੱਲ ਕਰੀਏ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਪਿਛਲੇ 10 ਸਾਲਾਂ ਦੀ ਗਰੋਥ ਹੋਏਗੀ ਉਹ 5 ਸਾਲਾਂ ਦੇ ਵਿੱਚ ਹੀ ਉਨੀ ਗਰੋਥ ਹੋ ਜਾਣੀ ਹੈ ਟੈਕਨੋਲੋਜੀ ਵਾਈਜ਼। ਬਾਕੀ ਗਲੋਬਲ ਵਿਲੇਜ ਜੋ ਸਾਰੀ ਵਰਲਡ ਬਣ ਗਈ ਹੈ, ਇਸ ਤਰ੍ਹਾਂ ਦੀ ਸਾਰੀ ਆਪਾਂ ਜੇ ਆਪਾਂ ਗੱਲ ਕਰੀਏ ਹੁਣ ਜੌਬਸ ਜਿਹੜੀਆਂ ਜਾ ਰਹੀਆਂ ਨੇ, ਹੁਣ ਮੇਨ ਆਪਾਂ ਹੌਟ ਟਾਪਿਕ ਹੈ AI ਹੈ। ਹੁਣ AI ਜੇ ਆਉਣ ਦੇ ਕਾਰਨ ਕਿੰਨੀਆਂ ਸਾਰੀਆਂ ਆਪਾਂ ਨੂੰ ਫੈਸਿਲਿਟੀਜ਼ ਤਾਂ ਹੈ ਹੀ ਨੇ, ਇਟਸ ਅ ਨਿਊ ਥਿੰਗ। ਪਰ ਜਿੱਦਾਂ ਕਿ ਐਲਨ ਮਸਕ ਸਾਹਿਬ ਨੇ ਵੀ ਇਹ ਗੱਲ ਕਹੀ ਸੀ, ਹੋਰ ਜਿਹੜੇ ਇਸ ਚੀਜ਼ ਨੂੰ ਸਮਝਦੇ ਨੇ ਉਹ ਇਹ ਗੱਲ ਕਰ ਰਹੇ ਨੇ ਕਿ ਇਸ ਟਾਈਮ ਡਰਨ ਵਾਲੀ ਇਹ ਨਹੀਂ ਕਿ ਵਾਰ ਡਰਨ ਵਾਲੀ ਚੀਜ਼ ਹੈ ਜਾਂ ਕੋਰੀਆ ਦੇ ਜੋ ਪ੍ਰੈਜ਼ੀਡੈਂਟ ਨੇ ਜਾਂ ਰੂਲਰ ਨੇ ਉਹਨਾਂ ਤੋਂ ਡਰਨ ਵਾਲੀ ਗੱਲ ਹੈ। AI ਤੋਂ ਡਰਨ ਵਾਲੀ ਗੱਲ ਹੈਗੀ ਹੈ ਕਿ ਜੋ ਉਹਦੇ ਫਾਇਦੇ ਨੇ ਔਰ ਉਹਦੇ ਨੁਕਸਾਨ ਕਿੰਨੇ ਹੋਣਗੇ, ਜਾਂ ਉਹਨੂੰ ਜੇ ਗਲਤ ਹੱਥਾਂ 'ਚ ਪੈ ਜਾਂਦੀ ਹੈ ਤਾਂ ਉਹਦਾ ਕੀ ਨੁਕਸਾਨ ਹੋ ਸਕਦਾ ਹੈਗਾ। ਬਿਲਕੁਲ। ਹੁਣ ਜਿੰਨੀਆਂ ਵੀ ਬੁੱਕ ਕੀਪਿੰਗ ਦੀਆਂ ਜੌਬ ਨੇ, ਰਿਕਾਰਡ ਕੀਪਿੰਗ ਦੀਆਂ ਜੌਬਸ ਨੇ, ਉਹ ਸਾਰੀਆਂ ਹੀ ਤਕਰੀਬਨ 80% ਉਹ ਜੌਬਸ ਖਤਮ ਹੋ ਜਾਣਗੀਆਂ ਡਿਊ ਟੂ AI। ਠੀਕ ਹੈ। ਐਂਡ ਜਿੰਨੀਆਂ ਰੈਪੀਟੇਟਿਵ ਜੌਬਸ ਹੈਗੀਆਂ ਨੇ, ਮਤਲਬ ਇੱਕ ਕੋਈ ਕੰਮ ਇਨਸਾਨ ਹੈ ਜੋ ਪੈਕ ਕਰ ਰਿਹਾ ਕੋਈ ਚੀਜ਼, ਤਾਂ ਉਹ 8 ਘੰਟੇ ਪੈਕ ਕਰ ਰਿਹਾ ਹੈਗਾ, ਤਾਂ 8 ਘੰਟੇ ਬਾਅਦ ਉਹਦੀ ਪਰਫਾਰਮੈਂਸ ਉਹਨੂੰ ਬ੍ਰੇਕ ਚਾਹੀਦੀ ਹੈਗੀ ਆ। ਉਹਨੂੰ ਉਸ ਚੀਜ਼ ਨੂੰ ਉਹ ਇੱਕ ਇਨਸਾਨ ਹੈ, ਠੀਕ ਹੈ ਨਾ, ਉਹਦੀ ਐਕੂਰੇਸੀ ਵੀ ਉਹਦੇ 'ਚ ਹੋ ਸਕਦੀ ਹੈ, ਕਿਤੇ ਮਾਈਨਰ ਐਕੂਰੇਸੀ ਖਰਾਬ ਹੋ ਜਾਵੇ ਉਹਦੀ, ਜਾਂ ਉਹ ਇਨਐਕੂਰੇਟ ਨਾ ਹੋਵੇ। ਪਰ ਇੱਕ ਮਸ਼ੀਨ ਔਰ ਜਿੱਥੇ AI ਨਾਲ ਰਿਲੇਟਡ ਹੈਗੀ ਹੈ ਉਹ ਲਗਾਤਾਰ 24 ਆਵਰ ਕੰਮ ਕਰ ਸਕਦੀ ਹੈਗੀ ਹੈ ਵਿਦਆਊਟ ਐਨੀ ਮਿਸਟੇਕ। ਕਿਉਂਕਿ ਇਹਦੇ ਆਪਾਂ ਐਗਜ਼ਾਮਪਲ ਵੀ ਦੇਖੀਏ, ਜਿੱਦਾਂ ਹੁਣ ਆਟੋਮੇਸ਼ਨ ਦੀ ਗੱਲ ਕਰ ਰਹੇ ਆਪਾਂ, ਤੇ ਜਿੱਦਾਂ ਹੁਣ ਜਿਹੜੀਆਂ ਵੱਡੀਆਂ ਕਾਰ ਕੰਪਨੀਜ਼ ਨੇ ਉਹ ਸਾਰਾ ਕੁਝ ਉੱਥੇ ਆਟੋਮੇਸ਼ਨ 'ਤੇ ਹੀ ਲੱਗਾ ਹੋਇਆ। ਜਿੱਥੇ ਪਹਿਲਾਂ ਬੰਦੇ ਕੰਮ ਕਰਦੇ ਸੀ ਉੱਥੇ ਹੁਣ ਰੋਬੋਟ ਕੰਮ ਕਰਦੇ ਨੇ, ਜਿਹੜੇ ਲਗਾਤਾਰ 24 ਘੰਟੇ ਕੰਮ ਕਰਦੇ ਨੇ ਤੇ ਵੱਡੀ ਪੱਧਰ 'ਤੇ ਜਿਹੜੀ ਪ੍ਰੋਡਕਸ਼ਨ ਕਰਦੇ ਨੇ। ਸੋ ਤੁਹਾਡਾ ਕਹਿਣ ਦਾ ਮਤਲਬ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜੌਬਸ ਜਿਹੜੀਆਂ ਹੋਣਗੀਆਂ, ਇੰਡਸਟਰੀ ਆ ਜਿਹਦੇ ਵਿੱਚੋਂ ਇਸ ਤਰ੍ਹਾਂ ਦੀ ਜੌਬਸ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈਗੀ ਵੈਨਿਸ਼ ਹੋ ਜਾਣਗੀਆਂ। ਉਹ ਵੈਨਿਸ਼ ਹੋ ਜਾਣਗੀਆਂ ਇਸ ਚੀਜ਼ ਦੇ ਵਿੱਚ। ਹੁਣ ਦੂਸਰੀ ਗੱਲ ਹੈ ਕਿ ਜਿਹੜਾ ਆਲ ਓਵਰ ਵਰਲਡ ਸਿਨੈਰੀਓ ਹੈ, ਪੈਂਡੇਮਿਕ ਆਇਆ ਔਰ ਯੂਕਰੇਨ ਵਾਰ ਹੁਣ ਇਸ ਚੀਜ਼ ਨੂੰ, ਜਾਂ ਜਿਹੜਾ ਵੀ ਸਪਲਾਈ ਚੇਨ ਮੈਨੇਜਮੈਂਟ ਹੈ, ਇਹ ਸਾਰੀ ਜਿਹੜੀ ਚੀਜ਼ ਹੈਗੀ ਹੈ ਇਹ ਤੁਹਾਡੇ ਜੌਬਸ ਦੇ ਉੱਪਰ
ਇਫੈਕਟ ਪਾ ਰਹੀ ਹੈਗੀ ਹੈ। ਇੱਕ ਹੋਰ ਇੱਕ ਸਾਈਕੋਲੋਜੀਕਲ ਵੀ ਇੰਪੈਕਟ ਇਹਦੇ 'ਚ ਹੈਗਾ ਗਰੇਵਾਲ ਸਾਹਿਬ, ਕਿ ਜਦ ਪੈਂਡੈਮਿਕ ਤੋਂ ਪਹਿਲਾਂ ਹਰ ਇੱਕ ਆਪਸ਼ਨ ਇਹ ਹੁੰਦੀ ਸੀ ਕਿ ਤੁਸੀਂ ਆਫਿਸ ਜਾਣਾ ਤੇ ਕੰਮ ਕਰਨਾ ਹੈਗਾ, ਔਰ ਜਿਉਂ ਹੀ ਪੈਂਡੈਮਿਕ ਆਇਆ, ਜਦ ਵਰਕ ਫਰਮ ਹੋਮ ਸ਼ੁਰੂ ਹੋਇਆ ਹੈ, ਤਾਂ ਲੋਕਾਂ ਨੇ ਇੱਕ ਬੜਾ ਸਹੂਲੀਅਤ ਆਪਾਂ ਕਹਿ ਸਕਦੇ ਹੈਗੇ ਆ, ਇਟਸ ਅ ਗ੍ਰੇਟ, ਉਹਨਾਂ ਵਾਸਤੇ ਇਹ ਬੜਾ ਪਲੇਜਰੇਬਲ ਚੀਜ਼ ਹੈ ਕਿ ਉਹ ਘਰ ਬੈਠ ਕੇ ਆਪਣਾ ਕੰਮ ਕਰ ਸਕਦੇ ਨੇ, ਔਰ ਉਹਨਾਂ ਨੂੰ ਕਮਿਊਟ ਦਾ ਖਰਚਾ ਬਚ ਰਿਹਾ, ਕਮਿਊਟ ਦਾ ਟਾਈਮ ਬਚ ਰਿਹਾ, ਦੇ ਹੈਵ ਗੋਟ ਮੋਰ ਟਾਈਮ ਫॉर ਥੈਮਸੈਲਵਸ, ਔਰ ਉਹ ਕੰਪਨੀਆਂ ਨੂੰ ਪ੍ਰੈਸ਼ਰਾਈਜ਼ ਹੋ ਰਹੀਆਂ ਨੇ ਕਿ ਉਹ ਘਰ ਬੈਠ ਕੇ ਜਾਂ ਰਿਮੋਟ ਵਰਕ ਜਿਹੜਾ ਹੈ ਉਹਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਵੇ, ਕਿਉਂਕਿ ਵਰਕਰ ਜਿਹੜਾ ਰਿਮੋਟ ਵਰਕ ਨੂੰ ਪ੍ਰੈਫਰੈਂਸ ਦੇ ਜਾ ਰਹੇ ਹੈਗੇ ਨੇ। ਹੁਣ ਇਹ ਸੋਚੋ ਕਿ ਜੇ ਤੁਹਾਨੂੰ ਜਾਣ ਦੀ ਲੋੜ ਹੀ ਨਹੀਂ ਪਏਗੀ, ਔਰ ਜੇ ਉਸੇ ਕੰਮ ਵਾਸਤੇ ਰੈਪੀਟੇਟਿਵ ਕੰਮ ਵਾਸਤੇ ਜਾਂ ਹੁਣ ਅਕਾਊਂਟਿੰਗ ਦਾ ਕੰਮ ਹੈ ਜਾਂ ਕੋਈ ਹੋਰ ਚੀਜ਼ ਹੈ ਜਿੱਥੇ ਆਪਾਂ ਨੂੰ ਸਟਾਕਿੰਗ ਦਾ ਕੰਮ ਹੈ, ਜਿੱਥੇ AI ਕੰਮ ਕਰ ਸਕਦੀ ਹੈਗੀ ਹੈ, ਜਿੱਥੇ ਰਿਮੋਟ ਤੋਂ ਕੰਮ ਹੋਇਆ ਜਾ ਸਕਦਾ ਹੈਗਾ, ਤਾਂ ਡੈਫੀਨਿਟਲੀ ਉਹ ਚੀਜ਼ ਪ੍ਰੈਫਰੈਂਸ ਹੋਏਗੀ। ਬਿਲਕੁਲ। ਔਰ ਕੌਣ ਚਾਹੇਗਾ ਕਿ ਠੀਕ ਹੈ, ਔਰ ਉਹਨਾਂ ਵਾਸਤੇ ਕੰਪਨੀ ਨੂੰ ਐਡਜਸਟ ਕਰਨਾ ਪੈ ਰਿਹਾ ਹੈਗਾ, ਔਰ ਜਿੱਥੇ ਇੱਕ ਬੰਦਾ ਇਹੀ ਕੰਮ ਕਰ ਸਕਦੀ ਹੈਗੀ, ਇੱਕ ਬੰਦਾ ਨੂੰ ਆਪਰੇਟ ਕਰਕੇ ਕਰ ਸਕਦਾ, ਉੱਥੇ ਉਹ 10 ਬੰਦਿਆਂ ਦੀ ਜੌਬ ਨੂੰ ਲੈ ਲੇਗਾ। ਚਾਹੇ ਕੰਪਨੀ ਵਾਸਤੇ ਆਸਾਨ ਹੋ ਜਾਏਗਾ, ਐਕੂਰੇਸੀ ਵੱਧ ਜਾਏਗੀ, ਲੇਕਿਨ 10 ਬੰਦਿਆਂ ਦੀ ਜੌਬ ਤਾਂ ਚਲੀ ਜਾਏਗੀ ਨਾ। ਬਿਲਕੁਲ। ਸੋ ਦੇ ਹੈਵ ਟੂ ਫਾਈਂਡ ਐਨ ਅਲਟਰਨੇਟਿਵ ਫॉर दैट, ਅਪਗ੍ਰੇਡ ਹੋਣਾ ਚਾਹੀਦਾ ਹੈ। ਜਦੋਂ ਬਹੁਤ ਸਾਲ ਪਹਿਲਾਂ ਦੀ ਮੈਂ ਆਪਾਂ ਗੱਲ ਕਰੀਏ, 18th ਸੈਂਚੁਰੀ ਦੀ, 1886 ਦੀ ਗੱਲ ਹੋਈ ਹੈ ਕਿ ਜਦ ਜਰਮਨੀ ਤੋਂ the changes were coming, ਤਾਂ ਲੋਕ 12 ਘੰਟੇ ਕੰਮ ਕਰਿਆ ਕਰਦੇ ਸੀ, ਤੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ 12 ਤੋਂ 15 ਘੰਟੇ ਕੰਮ ਕਰਦੇ ਸੀ। ਤਾਂ ਉਹਨਾਂ ਨੇ ਸਟ੍ਰਾਈਕਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ ਫਰਮ ਜਰਮਨੀ ਟੂ ਇੰਗਲੈਂਡ, ਕਿ ਜੀ ਸਾਨੂੰ ਅਸੀਂ 8 ਘੰਟੇ ਕੰਮ ਕਰਨਾ ਹੈ। ਬਿਲਕੁਲ। ਹੁਣ ਜਦ ਇਹ ਸਟ੍ਰਾਈਕਸ ਹੋਣੀਆਂ ਸ਼ੁਰੂ ਹੋਈਆਂ, ਤਾਂ ਇਸ ਤਰ੍ਹਾਂ ਹੀ ਸਭ ਜਗ੍ਹਾ ਤੇ ਸਟ੍ਰਾਈਕਸ ਹੋ ਗਈਆਂ ਨੇ, ਸਾਰੇ ਯੂਰਪ ਦੇ ਵਿੱਚ, ਤਾਂ ਅਮਰੀਕਾ ਦੇ ਵਿੱਚ ਵੀ ਜਦ ਸਟ੍ਰਾਈਕ ਹੋਈ, ਸ਼ਿਕਾਗੋ ਦੇ ਵਿੱਚ 1886 ਦੇ ਵਿੱਚ ਜਦ ਸਟ੍ਰਾਈਕ ਕਰ ਰਹੇ ਸੀ, ਤਾਂ ਉੱਥੇ ਬੰਬ ਫਟ ਗਿਆ ਤੇ ਉੱਥੇ 11 ਲੋਕ ਮਰ ਗਏ, ਤੇ ਕਾਫੀ ਜ਼ਿਆਦਾ ਦੈਟ ਵਾਜ ਇੱਕ ਬਹੁਤ ਵੱਡਾ ਇਵੈਂਟ ਸੀ ਉਹ, ਜਿਹਨੂੰ ਆਪਾਂ ਕਹੀਏ ਮੰਦਭਾਗਾ ਇਵੈਂਟ ਸੀ, ਜਿਹਦੇ ਨਾਲ ਸਾਰੀ ਜਿਹੜੀ ਲੇਬਰ ਦੀ ਲਾਜ਼ ਬਣੇ। ਬਿਲਕੁਲ। ਜਿਹਦੇ 'ਚ ਉਹਨੂੰ ਕਿਹਾ ਗਿਆ ਕਿ ਤੁਸੀਂ 8 ਘੰਟੇ ਕੰਮ ਕਰਨਾ, ਉਹਨੇ ਕੰਡੀਸ਼ਨਸ ਕਿਹੜੀਆਂ ਠੀਕ ਕਰਨ ਦੀ ਗੱਲ ਕੀਤੀ ਗਈ, ਉਹਨੇ ਵੇਜਸ ਨੂੰ ਫਿਕਸ ਕਰਨ ਦੀ ਗੱਲ ਕੀਤੀ ਗਈ, ਔਰ ਉਹਨਾਂ ਦੇ ਰਾਈਟਸ ਦੀ ਗੱਲ ਕੀਤੀ ਗਈ, ਤਾਂ ਹੀ ਅਮੇਡ ਦੀ ਆਪਾਂ ਗੱਲ ਕਰਦੇ ਹਾਂ ਉਸ ਚੀਜ਼ ਦੇ ਵਿੱਚ। ਤੇ ਹੁਣੇ ਮੈਂ ਆਰਟੀਕਲ ਪੜ੍ਹ ਰਿਹਾ ਸੀ ਕਿ ਦੈਟ ਵਾਜ਼ ਅ ਚੇਂਜਿੰਗ ਸੈਂਚੁਰੀ ਦੀ ਬਹੁਤ ਵੱਡੀ ਚੇਂਜ ਹੋਈ ਸੀ ਉਸ ਤੋਂ ਬਾਅਦ। ਸੋ ਹੁਣ ਅੱਜ ਦੇਖੋ ਬਾਅਦ ਤੋਂ 2020 ਦੇ ਵਿੱਚ ਆਪਾਂ ਗੱਲ ਕਰੀਏ, ਸਿਰਫ 8 ਚੀਜ਼ਾਂ ਇਹੋ ਜਿਹੀਆਂ ਹੋਈਆਂ ਸੀ, ਇਵੈਂਟਸ ਹੋਏ ਸੀ ਜਾਂ ਸਟ੍ਰਾਈਕਸ ਹੋਈਆਂ ਸੀ, ਕਿ ਜਿੱਥੇ ਲੇਬਰਸ ਨੇ ਇਹ ਗੱਲ ਕੀਤੀ ਸੀ, ਆਮ ਬੰਦੇ ਨੇ ਜਿਹੜਾ ਵਰਕਰ ਹੈ ਉਹਨੇ ਗੱਲ ਕੀਤੀ ਕਿ ਸਾਨੂੰ ਸਟ੍ਰਾਈਕ ਕੀਤੀ ਸੀ ਔਰ ਪ੍ਰਦਰਸ਼ਨ ਕੀਤਾ ਸੀ ਕਿ ਸਾਨੂੰ ਸਾਡੀਆਂ ਚੇਂਜਸ ਦਿੱਤੀਆਂ ਜਾਣ। ਲੌਂਗ ਟਾਈਮ ਅਵੇਟਡ ਹੈਗੀਆਂ ਨੇ, ਕਿ ਮੈਂ ਕਹਿੰਦਾ ਡੈਕੇਡਸ ਹੋ ਗਏ ਨੇ ਕਿ ਜਿਹੜੀਆਂ ਵੇਜਸ ਦੇ ਚੇਂਜ ਹੋਏ ਤੋਂ, ਔਰ ਦੂਸਰੀ ਗੱਲ ਇਹ ਹੈ ਕਿ ਚੇਂਜਸ ਦੇ ਨਾਲ ਨਾਲ ਉਹਨਾਂ ਦੀਆਂ ਵਰਕਿੰਗ ਕੰਡੀਸ਼ਨ ਚੇਂਜ ਹੋਏ ਤੋਂ, ਔਰ ਉਹਨਾਂ ਦੇ ਹੱਕਾਂ ਦੀ ਗੱਲ ਕਰੇ ਤੋਂ, ਔਰ ਇਹ 2 ਸਾਲ ਦੇ ਵਿੱਚ 8 ਤੋਂ 38 ਇਹੋ ਜਿਹੇ ਇਨਸੀਡੈਂਟ ਹੋਏ ਨੇ ਲਾਸਟ ਈਅਰ, ਕਿ ਜਿੱਥੇ ਲੋਕਾਂ ਨੇ ਸਟ੍ਰਾਈਕਸ ਕੀਤੀਆਂ ਨੇ ਬੜੀਆਂ, ਜਿਹੜੀਆਂ ਕੰਪਨੀਜ਼ ਦੇ ਵਰਕਰ ਹੈ। ਸੋ ਦ ਰਾਈਜ਼ ਇਜ਼ ਸੋ ਫਾਸਟ। ਅੱਛਾ ਹਰਕੀਰਤ ਜੀ, ਪਿਛਲੇ ਦਿਨਾਂ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਪ੍ਰੋਟੈਸਟ ਦੀ, ਵੀ ਸਮੇਂ-ਸਮੇਂ ਤੇ ਜਿਹੜੇ ਪ੍ਰੋਟੈਸਟ ਹੋਏ ਨੇ, ਹੁਣ ਪਿਛਲੇ ਦਿਨਾਂ ਦੇ ਵਿੱਚ ਆਪਾਂ ਪ੍ਰੋਟੈਸਟ ਦੇਖਿਆ ਸੀਗਾ ਅਮਰੀਕਾ, ਆਪਣੇ ਮਾਫ ਕਰਨਾ, ਫਰਾਂਸ ਦੇ ਵਿੱਚ ਵੀ ਹੋਇਆ ਸੀ। ਸੋ ਹੋਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹਾਲ ਦੇ ਘੜੀ ਦੇ ਵਿੱਚ ਵੀ ਪ੍ਰੋਟੈਸਟ ਹੋਏ ਨੇ, ਜਿਹੜੇ ਕਿ ਹੋਏ ਸੀ ਵੀ ਜਿਹੜੇ ਉਹਨਾਂ ਨੇ ਪੈਨਸ਼ਨ ਰਿਫਾਰਮਸ ਕੀਤੇ ਨੇ, ਉਹਨਾਂ ਦੇ ਵਿੱਚ ਚੇਂਜਸ ਕੀਤੀਆਂ ਨੇ। ਸੋ ਲੋਕ ਕਹਿ ਰਹੇ ਨੇ, ਕਿਉਂਕਿ ਬਹੁਤ ਸਾਰੇ ਦੇਸ਼ ਨੇ ਜੋ ਅੱਜ ਕੱਲ੍ਹ ਆਰਥਿਕ ਹਾਲਾਤ ਨੇ ਉਹਨਾਂ ਨੂੰ ਦੇਖਦੇ ਹੋਏ ਜਿਹੜੇ ਪੈਨਸ਼ਨ ਦੀ ਹੱਦ ਜਿਹੜੀ ਉਮਰ ਹੈ ਉਹ ਵਧਾ ਰਹੇ ਨੇ ਲਗਾਤਾਰ। ਤਾਂ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਵੀ ਕਾਫੀ ਪ੍ਰੋਟੈਸਟ ਹੋ ਰਿਹਾ ਵੀ ਤੁਸੀਂ ਜਿਹੜੀ ਉਹ ਉਮਰ ਕਿਉਂ ਵਧਾ ਰਹੇ ਹੋ। ਕੈਨੇਡਾ ਦੇ ਵਿੱਚ ਵੀ ਜਿਹੜੀ ਵਧਾਈ ਗਈ ਹੈ। ਸੋ ਦੂਸਰੇ ਪਾਸੇ ਹੁਣ ਜੇ ਆਪਾਂ ਗੱਲ ਕਰੀਏ ਲੇਬਰ ਸ਼ਾਰਟੇਜ ਦੀ, ਸੋ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹੁਣ ਕੋਵਿਡ ਤੋਂ ਬਾਅਦ ਲੇਬਰ ਸ਼ਾਰਟੇਜ ਦੀ ਵੀ ਕਾਫੀ ਗੱਲ ਹੋ ਰਹੀ ਹੈ, ਲੇਬਰ ਸ਼ਾਰਟੇਜ ਆ ਰਹੀ ਹੈ ਅਤੇ ਸਾਨੂੰ ਹੋਰ ਲੋਕ ਚਾਹੀਦੇ ਨੇ। ਜਿਵੇਂ ਹੁਣ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਪੁਸ਼ ਕੀਤਾ ਜਾ ਰਿਹਾ, ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਹੁਣ ਕਿਤੇ ਤਾਂ ਜਿਹੜੀਆਂ ਗੱਲ ਹੋ ਰਹੀ ਆ ਵੀ ਨੌਕਰੀਆਂ ਜਾ ਰਹੀਆਂ ਨੇ, ਕਿਤੇ ਗੱਲ ਹੋ ਰਹੀ ਆ ਵੀ ਨੌਕਰੀਆਂ ਹੈਗੀਆਂ ਪਰ ਲੇਬਰ ਹੈ ਨਹੀਂ ਗੀ। ਸਿਮਰ ਜੀ, ਜਦ ਵੀ ਆਪਾਂ ਕੋਈ ਇਹੋ ਜਿਹੀ ਗੱਲ ਕਰਦੇ, ਮੈਂ ਤੁਹਾਨੂੰ ਪਹਿਲਾਂ ਜਿਵੇਂ ਗੱਲ ਕੀਤੀ ਸੀ ਕਿ ਦੇਅਰ ਆਰ 2 ਫੇਸਿਸ ਆਫ ਐਵਰੀ ਐਕਸਪੈਕਟ। ਕੋਈ ਵੀ ਗੱਲ ਦੇ 2 ਤਰੀਕੇ ਹੋ ਸਕਦੇ ਨੇ, 2 ਤਰੀਕਿਆਂ ਨੂੰ ਦੇਖਿਆ ਜਾ ਸਕਦਾ ਹੈਗਾ। ਹਾਂਜੀ। ਹੁਣ ਆਪਾਂ ਇੱਕ ਗੱਲ ਕਰ ਰਹੇ ਹਾਂ ਕਿ ਜੇ ਆਪਾਂ ਕਿਸੇ ਦੀ ਪੈਨਸ਼ਨ ਦੀ ਜਿਹੜੀ ਏਜ ਆ ਉਹ ਵਧਾ ਦਿੰਦੇ ਆ, ਉਹਨਾਂ 2 ਗੱਲਾਂ ਹੋ ਰਹੀਆਂ ਨੇ। ਇੱਕ ਤਾਂ ਗੱਲ ਇਹ ਹੋ ਰਹੀ ਹੈ ਕਿ ਲੋਕ ਜ਼ਿਆਦਾ ਦੇਰ ਤੱਕ ਕੰਮ ਕਰਨਗੇ, ਕਿ ਜਿਹੜਾ ਅੱਜ ਬੰਦਾ ਹੈ, ਔਰ ਦੂਸਰੇ ਪਾਸੇ ਆਪਾਂ ਇਹ ਕਹਿ ਰਹੇ ਹਾਂ ਕਿ ਲੇਬਰ ਸ਼ਾਰਟੇਜ ਵੀ ਪੂਰੀ ਹੋ ਰਹੀ ਹੈ। ਲੇਕਿਨ ਕਈ ਲੋਕ ਇਹ ਕਹਿ ਰਹੇ ਨੇ ਕਿ ਜੇ ਅਸੀਂ
ਜ਼ਿਆਦਾ ਦੇਰ ਤੱਕ ਉਹ ਕਰਾਂਗੇ, ਉਹਨਾਂ ਦੀ ਏਜ ਵਧਾ ਦਾਂਗੇ, ਤਾਂ ਜਿਹੜੇ ਅੱਜ ਦਾ ਯੂਥ ਹੈ ਉਹਨੂੰ ਜੌਬ ਮਿਲਣ 'ਚ ਪ੍ਰੋਬਲਮ ਆਏਗੀ। ਸੋ ਇੱਕ ਪਾਸੇ ਜੌਬ ਮਿਲਣ 'ਚ ਪ੍ਰੋਬਲਮ ਆਏਗੀ, ਜੌਬਸ ਘਟਣਗੀਆਂ, ਲੇਕਿਨ ਦੂਜੇ ਪਾਸੇ ਉਹਦੀ ਇਹ ਕੰਪਲੀਟ ਵੀ ਹੋਊਗਾ ਕਿ ਉਹ ਚੀਜ਼ ਵਧ ਰਹੀ ਹੈਗੀ। ਸੋ ਇਸ ਕਰਕੇ ਆਪਾਂ ਜੇ ਆਪਾਂ ਇਹ ਗੱਲ ਕਰੀਏ ਕਿ ਠੀਕ ਹੈ ਜੀ ਬਈ ਇਹ ਦੋਨੇ ਐਕਸਪੈਕਟ ਦੇਖਣੇ ਪੈਣੇ ਨੇ, ਲੇਕਿਨ ਸਾਡੇ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਕੀ ਕਰਦੇ ਨੇ, ਉਹ ਜਿਹੜਾ ਆਪਣੇ ਫਾਇਦੇਮੰਦ ਚੀਜ਼ ਹੁੰਦੀ ਹੈ ਉਹਨਾਂ ਨੂੰ ਇਹ ਯੂਜ਼ ਕਰਦੇ ਨੇ। ਜਿੱਥੇ ਉਹਨੂੰ ਲੱਗਦਾ ਹੈ ਕਿ ਸਾਡੇ ਫਾਇਦੇ ਦੀ ਚੀਜ਼ ਨਹੀਂ ਹੋਏਗੀ, ਉੱਥੇ ਉਹ ਉਸ ਚੀਜ਼ ਨੂੰ ਨਹੀਂ ਦੇਖਦੇ। ਹੁਣ ਤੁਸੀਂ ਇਹ ਗੱਲ ਕੀਤੀ ਹੈ ਜਿਹੜੇ ਪੋਲੀਟੀਸ਼ੀਅਨ, ਹੁਣ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ, ਸੋ ਕਾਫੀ ਜਿਹੜਾ ਇਹ ਚਰਚਾ ਦੇ ਵਿੱਚ ਹੈ ਵੀ ਜਿਹੜੀ ਲੇਬਰ, ਬਹੁਤ ਸਾਰੀਆਂ ਇੰਡਸਟਰੀਜ਼ ਦੇ ਵਿੱਚ ਲੇਬਰ ਸ਼ਾਰਟੇਜ ਦੀ ਗੱਲ ਹੋ ਰਹੀ ਹੈ, ਤੇ ਸਰਕਾਰ ਇਸ ਨੂੰ ਇਸ ਤਰ੍ਹਾਂ ਲੈ ਰਹੀ ਹੈ ਵੀ ਤਾਂ ਹੀ ਜਿਹੜੇ ਅਸੀਂ ਇਮੀਗ੍ਰੇਸ਼ਨ ਨੰਬਰ ਹਰ ਸਾਲ ਵਧਾ ਰਹੇ ਹਾਂ ਵੀ ਜਿਹੜੀ ਲੇਬਰ ਸ਼ਾਰਟੇਜ ਨੂੰ ਖਤਮ ਕੀਤਾ ਜਾਵੇ। ਪਰ ਦੂਸਰੇ ਪਾਸੇ ਜਿਹੜੇ ਅੰਕੜੇ ਇਹ ਦਰਸਾ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਕਿ ਜੌਬਸ ਬਹੁਤ ਨੇ, ਬਹੁਤ ਘੱਟ ਨੇ, ਤੇ ਲੋਕ ਜਿਹੜੇ ਜੌਬਸ ਲੱਭ ਰਹੇ ਨੇ ਪਰ ਉਹਨਾਂ ਨੂੰ ਨੌਕਰੀਆਂ ਨਹੀਂ ਲੱਭ ਰਹੀਆਂ। ਬਿਲਕੁਲ, ਹੁਣ ਇਹ ਪ੍ਰੈਜ਼ੈਂਟ ਕਰਨ ਦਾ ਤਰੀਕਾ ਹੈ। ਸੋ ਮੈਨੂੰ ਇਹ ਲੱਗਦਾ ਹੈਗਾ ਕਿ ਕੈਨੇਡਾ ਨੂੰ ਕੀ ਚਾਹੀਦਾ ਹੈਗਾ ਕਿ ਉਹ ਸਪੈਸੀਫਿਕ ਹੋਣ ਕਿ ਸਾਨੂੰ ਕਿਹੜੀ ਜੌਬ ਵਾਸਤੇ ਬੰਦੇ ਚਾਹੀਦੇ ਨੇ, ਕਿਉਂਕਿ ਦੇਖੋ ਵੀ ਹੈਵ ਟੂ ਪਿਕ ਅਪ ਦ ਐਪਲਸ ਫਰਮ ਦ ਔਰੇਂਜਸ। ਸੋ ਆਪਾਂ ਇਹ ਨਹੀਂ ਕਰ ਸਕਦੇ ਹੈਗੇ ਕਿ ਆਪਾਂ ਫੁੱਲ ਆਫ ਬਾਸਕਟ ਕੋਈ ਚੀਜ਼ ਲੈ ਲਈਏ ਤੇ ਬਾਅਦ ਚ ਉਹਨੂੰ ਛਾਂਟੀ ਕਰੀਏ ਤੇ ਜਿਹੜਾ ਰਹਿ ਜਾਏਗਾ ਉਹ ਸਾਡੇ ਕੰਮ ਦਾ ਨਹੀਂ ਹੈਗਾ। ਪਰ ਆਪਾਂ ਐਜ਼ ਅ ਵਰਕਰਸ ਨੂੰ ਇਦਾਂ ਨਹੀਂ ਕਰ ਸਕਦੇ ਹੈਗੇ। ਸੋ ਵਰਕਰ ਵਾਸਤੇ ਸਾਨੂੰ ਚਾਹੀਦਾ ਕਿ ਸਾਨੂੰ ਇਹ ਬੜਾ ਪ੍ਰਿਸਕ੍ਰਾਈਬਡ ਹੋਣਾ ਪੈਣਾ ਹੈਗਾ ਕਿ ਵੀ ਹੈਵ ਟੂ ਫਾਈਂਡ ਆਊਟ ਕਿ ਕਿਹੜੇ ਸੈਕਟਰ ਦੇ ਵਿੱਚ ਸਾਨੂੰ ਜੌਬਸ ਦੀ ਵਰਕਰਸ ਦੀ ਕਮੀ ਹੈ, ਔਰ ਕਿਹੜੇ ਸੈਕਟਰ ਤੋਂ ਹੋਰ ਵੀ ਵੱਡੀ ਗੱਲ ਹੈ ਕਿ ਕਿਹੜੇ ਸੈਕਟਰ ਦੇ ਵਿੱਚ ਆਉਣ ਵਾਲੇ 5 ਸਾਲ ਦੇ ਵਿੱਚ ਜੌਬਸ ਕ੍ਰੀਏਟ ਹੋਣਗੀਆਂ, ਤਾਂ ਕਿ ਅਸੀਂ ਉਹੀ ਅੱਜ ਤੋਂ ਪਾਲਿਸੀ ਬਣਾਈਏ ਕਿ ਆਉਣ ਵਾਲੇ 5 ਸਾਲ ਦੇ ਵਿੱਚ ਅਸੀਂ ਆਹ ਪਾਰਟਿਕੂਲਰ ਕੈਟਾਗਰੀ ਦੇ ਵਿੱਚ ਅਸੀਂ ਸਕਿਲਡ ਵਰਕਰ ਲੈਣੇ ਨੇ, ਜਾਂ ਅਸੀਂ ਲੇਬਰ ਲੈਣੀ ਹੈਗੀ ਹੈ, ਜਾਂ ਅਸੀਂ ਕਿਹੜੇ ਵਰਕਰ ਨੂੰ ਸਾਨੂੰ ਪ੍ਰੈਫਰੈਂਸ ਦਿੱਤੀ ਚਾਹੀਦੀ ਹੈ ਕਿ ਨਹੀਂ ਦੇਣੀ ਚਾਹੀਦੀ ਹੈਗੀ ਹੈ। ਸੋ ਮਤਲਬ ਤੁਹਾਡਾ ਕਹਿਣ ਦਾ ਓਵਰਆਲ ਇਹ ਹੈ ਵੀ ਜੋ ਹਾਲਾਤ ਬਣਦੇ ਜਾ ਰਹੇ ਨੇ, ਜਿਵੇਂ ਕਿ ਰਿਪੋਰਟ ਕਹਿ ਰਹੀ ਹੈ ਵੀ ਅਗਲੇ 5 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਦੇ ਵਿੱਚ ਫੇਰ ਬਦਲ ਹੋਣਾ। ਸੋ ਸਰਕਾਰਾਂ ਨੂੰ ਆਪਣੀਆਂ ਪਾਲਿਸੀਜ਼ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਤਬਦੀਲੀਆਂ ਲਿਆਉਣ ਦੀ ਵੱਡੇ ਪੱਧਰ ਤੇ ਲੋੜ ਹੈ, ਵੱਡੇ ਪੱਧਰ ਤੇ ਲੋੜ ਹੈ। ਔਰ ਸਭ ਤੋਂ ਵੱਡੀ ਗੱਲ ਹੈ ਰਿਸਰਚ ਐਂਡ ਡਿਵੈਲਪਮੈਂਟ, ਕਿ ਸਭ ਤੋਂ ਵੱਡਾ ਰਿਸਰਚ ਕਰਨ ਦੀ ਗੱਲ ਹੈ ਕਿ ਤੁਹਾਨੂੰ ਸਰਵੇਜ਼ ਕਰਨ ਦੀ ਲੋੜ ਹੈ, ਕਿ ਤੁਹਾਨੂੰ ਇੱਕ ਸਟੱਡੀਜ਼ ਕਰਨ ਦੀ ਲੋੜ ਹੈਗੀ ਹੈ ਕਿ ਅਸੀਂ ਕਿਹੜੀ ਚੀਜ਼ ਜਿਹੜੀ ਪਾਲਿਸੀ ਬਣਾਈਏ ਉਹਦੇ ਨਾਲ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ ਵਰਕਫੋਰਸ ਦੇ ਉੱਤੇ ਕੀ ਇਫੈਕਟ ਪੈਂਦਾ, ਸਾਡੇ ਜਿਹੜੇ EMPLOYERS ਨੇ ਉਹਨਾਂ ਤੇ ਕੀ ਫਰਕ ਪੈਂਦਾ ਹੈਗਾ। ਵੱਡੀਆਂ ਕੰਪਨੀਆਂ ਨੇ, ਮਲਟੀਨੈਸ਼ਨਲਸ ਕੰਪਨੀਆਂ ਨੇ, ਹੁਣ ਤੁਸੀਂ ਦੇਖੋ ਜਿੰਨੀਆਂ ਕਾਰਪੋਰੇਟ ਜੌਬਸ ਨੇ ਉਹ ਵੱਡੀ ਕੰਪਨੀਆਂ ਉਹਨਾਂ ਨੂੰ ਲੇ ਆਫ ਕਰ ਰਹੇ ਹੈਗੇ ਨੇ। ਮੈਕਡੋਨਲਡ ਨੇ ਆਪਣੇ ਬਹੁਤ ਸਾਰੇ ਕਾਰਪੋਰੇਟ ਆਫਿਸ ਬੰਦ ਕਰ ਦਿੱਤੇ ਹੈਗੇ ਨੇ, ਕਿਉਂਕਿ ਜਦ ਵਰਕ ਫਰਮ ਹੋਮ ਹੁੰਦਾ ਹੈਗਾ ਤਾਂ ਕਾਰਪੋਰੇਟ ਆਫਿਸ ਖਾਲੀ ਪਏ ਨੇ, ਤਾਂ ਉਹਨਾਂ ਦੇ ਜਿੰਨੇ ਖਰਚੇ ਨੇ ਉਹ ਸਾਰੇ ਉਹਦੇ ਉੱਤੇ ਪੈ ਰਹੇ ਨੇ। ਸੋ ਤੁਸੀਂ ਦੇਖਣਾ ਜਾਵੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਸਾਰੇ ਕਾਰਪੋਰੇਟ ਜਿਹੜੀ ਜੌਬਸ ਹੋਣਗੀਆਂ ਉਹ ਵੀ ਘਰੋਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਅੱਛਾ, ਕਿਉਂਕਿ ਜਿਹੜਾ ਇਹ ਵਰਕ ਫਰਮ ਹੋਮ ਜ਼ਿਆਦਾ ਜਿਹੜਾ ਪਪੂਲਰ ਹੈ ਕੋਵਿਡ ਤੋਂ ਬਾਅਦ ਜਿਹੜਾ ਜ਼ਿਆਦਾ ਉਹ ਜਿਹੜਾ ਪਪੂਲਰ ਹੋਇਆ, ਇਹਦੇ ਵਿੱਚ ਜ਼ਿਆਦਾ ਗੱਲ ਸ਼ੁਰੂ ਹੋ ਗਈ। ਉਸ ਤੋਂ ਪਹਿਲਾਂ ਇਹ ਆਪਸ਼ਨ ਪਹਿਲਾਂ ਮੇਰੇ ਖਿਆਲ ਆਪਸ਼ਨ ਹੈ ਵੀ ਨਹੀਂ ਸੀ, ਹੈਗੀ ਸੀ ਲੇਕਿਨ ਪਰ ਉਨੀ ਪਪੂਲਰ ਨਹੀਂ ਸੀ। ਹਾਂ, ਇੰਨਾ ਵੀ ਨਹੀਂ ਸੀਗਾ ਵੀ ਜਿਹੜੀਆਂ ਆਮ ਜਿਹੜੇ ਮੈਨੇਜਮੈਂਟ ਸੀ ਉਹ ਕਹਿੰਦੀ ਸੀ ਕਿ ਸਾਨੂੰ ਠੀਕ ਹੈ ਜੀ ਤੁਸੀਂ ਵਰਕ ਫਰਮ ਹੋਮ ਕਰ ਲਓ। ਕਿਤੇ ਬਹੁਤ ਰੇਅਰ ਕੇਸਿਸ ਦੇ ਵਿੱਚ ਇਸ ਤਰ੍ਹਾਂ ਦੀ ਮੇਰੇ ਖਿਆਲ ਜਿਹੜੇ ਦਿੱਤੇ ਜਾਂਦੇ ਸੀ ਆਈਟੀਜ਼ ਦੇ ਵਿੱਚ। ਇਹ ਜੇ ਦੇਖਿਆ ਜਾਵੇ ਨਾ, ਇਹ ਐਪਲ ਨੇ ਸ਼ੁਰੂ ਕੀਤਾ ਸੀ, ਠੀਕ ਹੈ, ਔਰ ਗੂਗਲ ਨੇ ਵੀ ਸ਼ੁਰੂ ਕੀਤਾ। ਮੇਰਾ ਕਹਿਣ ਦਾ ਮਤਲਬ ਇਹ ਸੀਗਾ ਵੀ ਕੋਵਿਡ ਤੋਂ ਬਾਅਦ ਇਹਦੇ ਵਿੱਚ ਬੜਾ ਵੱਡੇ ਪੱਧਰ ਤੇ ਜਿਹੜਾ ਵਾਧਾ ਹੋਇਆ। ਬਹੁਤ ਸਾਰੀਆਂ ਜਿਹੜੀਆਂ ਜੌਬਸ ਆਈਟੀ ਨੂੰ ਛੱਡ ਕੇ ਉਸ ਤੋਂ ਇਲਾਵਾ ਬਹੁਤ ਸਾਰੀਆਂ ਜਿੱਦਾਂ ਮਾਰਕੀਟਿੰਗ ਦੀ ਜੌਬ ਹੋ ਗਈ, ਹੋਰ ਕਸਟਮਰ ਕੇਅਰ ਹੋ ਗਈ, ਮੈਨੇਜਮੈਂਟ ਲੈਵਲ ਦੀਆਂ ਬਹੁਤ ਸਾਰੀਆਂ ਜੌਬਸ ਨੇ ਜਿਹੜੀਆਂ ਉਹ ਵਰਕ ਫਰਮ ਹੋਮ ਹੋ ਗਈਆਂ। ਸੋ ਲੱਗਦਾ ਵੀ ਬਹੁਤ ਵੱਡੇ ਪੱਧਰ ਤੇ ਇਹਦਾ ਵੀ ਫਰਕ ਪੈਗਾ ਆਉਣ ਵਾਲੇ ਸਮੇਂ ਦੇ ਵਿੱਚ। ਬਿਲਕੁਲ, ਇਹੀ ਇੱਕ ਬੇਸ ਚੀਜ਼ ਹੈ ਕਿ ਸਾਨੂੰ ਇਹ ਦੇਖਣਾ ਪੈਣਾ ਚੇਂਜ। ਦੇਖੋ, ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਜਦ ਸਟ੍ਰਾਈਕਸ ਹੋਣੇ ਸ਼ੁਰੂ ਹੋਈਆਂ ਸੀ, ਅੱਜ ਵੀ ਉਹ ਵਰਕਰਸ ਹੋਣੇ ਸ਼ੁਰੂ ਹੋਏ ਨੇ। ਸੋ ਚੇਂਜ ਜਿਹੜੀ ਚੀਜ਼ ਹੁੰਦੀ ਹੈ ਨਾ, ਇਹ ਦੋ ਤਰ੍ਹਾਂ ਦੀ ਹੁੰਦੀ ਹੈਗੀ ਹੈ, ਠੀਕ ਹੈ। ਤੇ ਜੇ ਗਵਰਨਮੈਂਟ ਚੇਂਜ ਕਰੇ ਤਾਂ ਲੋਕ ਉਹਦੇ ਖਿਲਾਫ ਹੁੰਦੇ ਨੇ, ਪਰ ਉਹ ਖੁਦ ਚੇਂਜ ਭਾਲਦੇ ਨੇ। ਸੋ ਇਹ ਪਬਲਿਕ ਦੀ ਇੱਕ ਤੁਹਾਨੂੰ ਸਾਈਕੋਲੋਜੀ ਸਮਝਣੀ ਪੈਣੀ ਹੈਗੀ ਸਰਕਾਰ ਨੂੰ ਵੀ। ਜਿਹੜੇ ਡਿਪਾਰਟਮੈਂਟ ਹੈ ਨੇ ਲੌਂਗ ਟਰਮ ਜਿਹੜੀ ਪਾਲਿਸੀਜ਼ ਬਣਾਉਂਦੇ ਹੈ ਨੇ, ਉਹ ਇਹ ਚੀਜ਼ ਸਮਝਣਾ ਪੈਣਾ ਕਿ ਅਸੀਂ ਜਿਹੜੀ ਪਬਲਿਕ ਹੈ ਉਹਨੂੰ ਇਸ ਤਰ੍ਹਾਂ ਚੇਂਜ ਕਰਨ ਦੀ ਗੱਲ ਕਰੀਏ ਕਿ ਉਹਨੂੰ ਲੱਗੇ ਕਿ ਉਹਨਾਂ ਦੇ ਵਾਸਤੇ ਇਹ ਚੀਜ਼ ਚੇਂਜ ਹੋ ਰਹੀ ਹੈ। ਬਿਲਕੁਲ। ਲੇਕਿਨ ਜਦ ਵੀ ਆਪਾਂ ਕੋਈ ਚੇਂਜ ਕਰਨ ਦੀ ਗੱਲ ਕਰਦੇ ਹੈਗੇ ਆ ਤਾਂ ਉਹ ਉਸ ਚੀਜ਼ ਨੂੰ ਖਿਲਾਫ ਹੋ ਜਾਂਦੇ ਨੇ ਉਸ ਚੀਜ਼ ਦੇ। ਲੇਕਿਨ ਹੁਣ ਜੇ 40 ਸਾਲ ਤੋਂ ਪਿਛਲੇ ਜਿਹੜੀ ਜਿਸ ਕੰਡੀਸ਼ਨਸ ਵਿੱਚ ਉਹ ਰਹਿ ਰਹੇ ਨੇ, ਜਿਸ ਕੰਡੀਸ਼ਨਸ ਉਹਦੀਆਂ ਜੌਬ ਜਿਹੜੀਆਂ ਰਿਫਾਰਮਸ ਨਹੀਂ ਆਏ ਹੈਗੇ, ਉਹ ਰਿਫਾਰਮਸ ਕਰਨ ਦੀ ਗੱਲ ਕਰ ਰਹੇ ਨੇ। ਸੋ ਦੋਨਾਂ ਵਿੱਚ ਬੈਲੈਂਸ ਕਰਕੇ ਚੱਲਾਂਗੇ ਤਾਂ ਹੀ ਇਹ ਆਉਣ ਵਾਲੇ ਟਾਈਮ ਵਿੱਚ ਅਸੀਂ ਜੌਬਸ ਨੂੰ ਸੇਵ ਕਰਨਾ ਪੈਣਾ ਹੈਗਾ, ਪਰ ਤਾਂ ਹੀ ਇਹ ਚੀਜ਼ ਹੋ ਸਕਦੀ ਹੈਗੀ ਆ। ਔਰ ਦੂਸਰੀ ਗੱਲ ਹੋਰ ਵੀ ਹੈ ਕਿ ਇਹਦੇ ਨਾਲ ਕੀ ਹੈ ਕਿ ਹਰ ਵਰਕਰ ਨੂੰ ਇਹ ਚਾਹੀਦਾ। ਤੁਸੀਂ ਦੇਖੋ
ਆਉਣ ਵਾਲੇ ਟਾਈਮ 'ਚ 60% ਆਫ ਦਾ ਵਰਕਰ ਜਿਹੜੇ ਹੋਣਗੇ ਉਹਨਾਂ ਨੂੰ ਅਪਗ੍ਰੇਡ ਕਰਨ ਦੀ ਲੋੜ ਪੈਣੀ ਹੈਗੀ ਹੈ। ਜੇ ਅਪਗ੍ਰੇਡ ਨਹੀਂ ਕਰਨਗੇ ਤਾਂ ਉਹ ਉਸ ਇੰਡਸਟਰੀ ਤੋਂ ਬਾਹਰ ਹੋ ਜਾਣਗੇ। ਅੱਛਾ ਹਰਕੀਰਤ ਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ, ਉਸ ਤੋਂ ਬਾਅਦ ਇਸ ਨੂੰ ਚਰਚਾ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਇੱਕ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਤੁਸੀਂ ਦੇਖਦੇ ਰਹੋ ਦ ਗਰੇਵਾਲ ਸ਼ੋਅ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਤੁਸੀਂ ਦੇਖ ਰਹੇ ਹੋ ਦ ਗਰੇਵਾਲ ਸ਼ੋਅ। ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ, ਤੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਜੋ ਵਰਲਡ ਇਕਨੋਮਿਕ ਫੋਰਮ ਵੱਲੋਂ ਰਿਪੋਰਟ ਜਾਰੀ ਹੋਈ ਹੈ ਕਿ ਅਗਲੇ 50 ਸਾਲਾਂ ਦੇ ਵਿੱਚ ਤਕਰੀਬਨ 1 ਅਰਬ 40 ਲੱਖ ਜਿਹੜੀਆਂ ਨੌਕਰੀਆਂ ਨੇ ਉਹ ਖੁੱਸ ਜਾਣੀਆਂ ਨੇ। ਇਸ ਜਿਹੜੇ ਇੰਡਸਟਰੀਜ਼ ਦੇ ਵਿੱਚੋਂ ਚਲੀਆਂ ਜਾਣੀਆਂ ਨੇ, ਵੱਖ-ਵੱਖ ਇੰਡਸਟਰੀਜ਼ ਦੇ ਵਿੱਚੋਂ। ਸੋ ਉਹਦੇ 'ਤੇ ਗੱਲ ਕਰ ਰਹੇ ਹਾਂ। ਹਰਕੀਰਤ ਜੀ, ਆਪਾਂ ਬ੍ਰੇਕ ਤੋਂ ਪਹਿਲਾਂ ਜਿੱਥੇ ਤੁਸੀਂ ਕਹਿ ਰਹੇ ਸੀਗੇ ਵੀ ਬਹੁਤ ਸਾਰੇ ਜਿਹੜੇ ਸੈਕਟਰਸ ਦੇ ਵਿੱਚ ਜਿਹੜੇ EMPLOYEES ਨੂੰ ਅਪਗ੍ਰੇਡ ਦੀ ਲੋੜ ਹੈ, ਸੋ ਨਹੀਂ ਤਾਂ ਉਹ ਜਿਹੜੇ ਨੌਕਰੀ ਤੋਂ ਬਾਹਰ ਹੋ ਜਾਣੇ ਆ। ਬਿਲਕੁਲ ਜੀ, 60% ਜਿਹੜੇ ਵਰਕਰਸ ਨੇ ਉਹਨਾਂ ਨੂੰ ਟ੍ਰੇਨਿੰਗ ਦੀ ਜਾਂ ਕੋਈ ਲੋੜ ਪੈਣੀ ਹੈਗੀ ਆ। ਐਵਰੀ 6 ਆਊਟ ਆਫ 10 ਵਰਕਰ ਜਿਹੜੇ ਹੋਣਗੇ ਉਹ ਚੇਂਜਸ, ਉਹਨਾਂ ਨੂੰ ਚੇਂਜ ਆਪਣਾ ਕਰਨਾ ਪੈਣਾ ਹੈਗਾ ਹਰ ਚੀਜ਼ ਦੇ ਵਿੱਚ। ਠੀਕ ਹੈ, ਚਾਹੇ ਉਹ ਆਪਣੀ ਐਜੂਕੇਸ਼ਨ ਹੋਵੇ, ਟ੍ਰੇਨਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਅਪਗ੍ਰੇਡ ਹੋਵੇ, ਉਹਨਾਂ ਨੂੰ ਉਹ ਕਰਨਾ ਪੈਣਾ ਹੈਗਾ। ਠੀਕ ਹੈ। ਅਦਰਵਾਈਜ਼ ਕੀ ਹੋਏਗਾ, ਕਿਉਂਕਿ ਉਹਨਾਂ ਨੂੰ ਰਿਪਲੇਸ ਕਰਨ ਵਾਸਤੇ ਜਿਹੜੀ ਨਿਊ ਜਨਰੇਸ਼ਨ ਹੈ ਉਹ ਤਿਆਰ ਬੈਠੀ ਹੈ। ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਸੀ, ਜਿਹੜੇ ਪਿਛਲੇ ਲੋਕ 20 ਸਾਲ ਤੋਂ ਜਾਂ 25 ਸਾਲ ਤੋਂ ਕੰਮ ਕਰ ਰਹੇ ਨੇ, ਆਲਮੋਸਟ ਉਹ ਦੇ ਆਰ ਔਨ ਦ ਵਰਜ ਆਫ ਦ ਰਿਟਾਇਰਮੈਂਟ। ਉਹ ਉਹਨਾਂ ਨੂੰ ਜਲਦੀ ਰਿਟਾਇਰ ਕਰ ਦਿੱਤਾ ਜਾਏਗਾ। ਠੀਕ ਹੈ। ਜਦ ਕਿ ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ ਜਿਹੜੀ ਏਜ ਹੈ ਰਿਟਾਇਰਮੈਂਟ ਦੀ ਉਹ ਵਧਾ ਰਹੇ ਹੈਗੇ ਆ। ਤੋ ਜੇ ਉਹ ਆਪਣੇ ਆਪ ਨੂੰ ਸਸਟੇਨ ਕਰਨਾ ਚਾਹੁੰਦੇ ਨੇ ਇਸ ਇੰਡਸਟਰੀ ਦੇ ਵਿੱਚ, ਇਹ ਆਮ ਬੰਦਾ ਜਿਹੜਾ ਅੱਜ ਤੋਂ 10 ਸਾਲ ਪਹਿਲਾਂ ਵੀ ਜਿਹਨੇ ਜੌਬ ਸ਼ੁਰੂ ਕੀਤੀ ਸੀ, ਜਿਹੜੀ ਸਸਟੇਨ ਕਰਨਾ ਚਾਹੇਗਾ, ਤਾਂ ਉਹਦੇ ਵਾਸਤੇ ਉਹਨੂੰ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਮਸਟ ਨੈਸੈਸਰੀ ਹੋ ਜਾਏਗਾ। ਔਰ ਇੱਕ ਅਸੀਂ ਉਹਦੇ ਵਾਸਤੇ ਰੈਡੀ ਆ? ਨਹੀਂ ਰੈਡੀ ਹੈਗੇ ਆ, ਬਿਲਕੁਲ ਰੈਡੀ ਨਹੀਂ ਹੈਗੇ ਆ। ਕਿਉਂਕਿ ਉਹੀ ਗੱਲ ਕਿ ਉਹ ਚੇਂਜ, ਆਪਣੇ ਆਪ ਨੂੰ ਚੇਂਜ ਚਾਹੁੰਦੇ, ਚੇਂਜ ਜ਼ਰੂਰ ਨੇ, ਆਪਣੇ ਆਪ ਨੂੰ ਚੇਂਜ ਨਹੀਂ ਕਰਨਾ ਚਾਹੁੰਦੇ। ਔਰ ਬੰਦੇ ਆਪਣੇ ਆਪ ਨੂੰ ਅਪਗ੍ਰੇਡ ਕਰਨ ਵਾਸਤੇ ਉਹਨੂੰ ਟਾਈਮ ਚਾਹੀਦਾ ਹੈਗਾ, ਪੈਸਾ ਵੀ ਚਾਹੀਦਾ ਹੈ, ਬਿਲਕੁਲ, ਤਾਂ ਕਿ ਉਹ ਆਪਣੇ ਆਪ ਨੂੰ ਅਪਗ੍ਰੇਡ ਕਰੇ। ਔਰ ਫਿਰ ਉਹਨੂੰ ਸਰਕਮਸਟੈਂਸਸ ਇਹ ਚਾਹੀਦੀਆਂ ਨੇ ਕਿ ਇਸ ਟਾਈਮ ਦੇ ਉੱਪਰ ਜਿਹੜੀ ਕੰਪਨੀ ਕੰਮ ਕਰ ਰਿਹਾ ਹੈਗਾ ਜਾਂ ਜਿਹੜਾ EMPLOYER ਹੈ ਉਹਨੂੰ ਹੈਲਪ ਆਊਟ ਕਰੇ ਆਪਣੀ ਚੇਂਜ, ਆਪਣੇ ਅਪਗ੍ਰੇਡ ਕਰਨ ਵਾਸਤੇ। ਬਿਲਕੁਲ, ਜੇ ਉਹ ਅਪਗ੍ਰੇਡ ਤਾਂ ਹੀ ਕਰੇਗਾ ਨਾ, ਇਸ ਤਰ੍ਹਾਂ ਤਾਂ ਹੋਏਗਾ ਨਹੀਂ, ਅਦਰਵਾਈਜ਼ ਉਹ ਲੈਗ ਬਿਹਾਈਂਡ ਕਰ ਜਾਏਗਾ। ਹਾਂ, ਕਿਉਂਕਿ ਬਹੁਤ ਵਾਰ ਇਹ ਵੀ ਹੁੰਦਾ ਵੀ ਜਿਹੜਾ EMPLOYEE ਆ ਉਹ ਆਪਣੀ ਜੇਬ ਦੇ ਵਿੱਚੋਂ ਖਰਚਾ ਕਰਕੇ ਜਿਹੜੇ ਅਪਗ੍ਰੇਡ ਕਰਨਾ ਨਹੀਂ ਚਾਹੁੰਦਾ, ਤੇ ਕਿਉਂਕਿ ਜਿਸ ਕੰਪਨੀ ਦੇ ਨਾਲ ਉਹ ਕੰਮ ਕਰਦਾ ਇਹੀ ਐਕਸਪੈਕਟ ਕੀਤਾ ਜਾਂਦਾ ਵੀ ਉਹ ਕੰਪਨੀ ਉਹਦੇ ਲਈ ਉਹ ਖਰਚਾ ਕਰੇ ਤੇ ਜਿਹੜੀ ਉਹਦੇ ਵਿੱਚ ਜਿਹੜੀ ਉਹਦੀ ਅਪਗ੍ਰੇਡੇਸ਼ਨ ਦੇ ਵਿੱਚ ਉਹ ਸਹਾਇਕ ਹੋਵੇ। ਬਿਲਕੁਲ। ਔਰ ਸਭ ਤੋਂ ਵੱਡੀ ਗੱਲ ਤਾਂ ਮੈਂ ਪਰਸਨਲੀ ਇਹ ਫੀਲ ਕਰਦਾ ਹੈਗਾ ਸਿਮਰਤ ਜੀ, ਕਿ ਗਵਰਨਮੈਂਟ ਆਫ ਕੈਨੇਡਾ ਦਾ ਜਿੰਨੇ ਡਿਪਾਰਟਮੈਂਟ ਹੈਗੇ ਨੇ, ਚਾਹੇ ਉਹ ਜਿਹੜੇ ਮਰਜ਼ੀ ਨੇ, CRA ਹੈ, ਇਮੀਗ੍ਰੇਸ਼ਨ ਹੈ, ਹੋਰ ਜਿਹੜੇ ਵੀ ਹੈਗੇ ਨੇ, ਉਹਨਾਂ ਵਿੱਚ ਬਹੁਤ ਵੱਡੇ ਰਿਫਾਰਮ ਲਿਆਉਣ ਦੀ ਲੋੜ ਹੈਗੀ ਹੈ। ਠੀਕ ਹੈ। ਕਿਉਂਕਿ ਉਹ ਜਿਹੜੀ ਵੀ ਚੀਜ਼ ਯੂਜ਼ ਕਰ ਰਹੇ ਨੇ, ਚਾਹੇ ਉਹ ਜੋ ਸਾਫਟਵੇਅਰ ਯੂਜ਼ ਕਰ ਰਹੇ ਨੇ, ਚਾਹੇ ਉਹ ਬਾਕੀ ਜੋ ਵੀ ਯੂਜ਼ ਕਰ ਰਹੇ ਨੇ, ਉਹ 20 ਸਾਲ ਪੁਰਾਣੇ ਹੈਗੇ ਨੇ, ਉਹ ਉਦਾਂ ਹੀ ਯੂਜ਼ ਕਰੀ ਜਾ ਰਹੇ ਨੇ, ਉਹਨਾਂ ਵਿੱਚ ਕੋਈ ਚੇਂਜਸ ਨਹੀਂ ਲੈ ਕੇ ਆ ਰਹੇ ਹੈਗੇ ਨੇ। ਆਪਣੇ EMPLOYEES ਨੂੰ ਉਹ ਟ੍ਰੇਨ ਜਿਹੜਾ ਉਹਨਾਂ ਨੂੰ ਕਰਨ ਦੀ ਬਹੁਤ ਜ਼ਿਆਦਾ ਸਖਤ ਲੋੜ ਹੈਗੀ ਹੈ ਇਸ ਟਾਈਮ, ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਅੱਜ ਆਪਾਂ ਠੀਕ ਹੈ, ਅੱਜ ਆਪਾਂ ਉਹਦੇ ਨਾਲ ਕੋਪ ਅਪ ਕਰ ਰਹੇ ਹਾਂ, ਲੇਕਿਨ ਕਿੰਨਾ ਮੁਸ਼ਕਿਲ ਹੋ ਆਪੇ ਕੋਪ ਅਪ ਕਰ ਰਹੇ। ਐਗਜ਼ਾਮਪਲ ਦਈਏ, ਮੈਂ ਮੇਰੇ ਖਿਆਲ ਹਰਕੀਰਤ ਜੀ ਇਹ ਇਕੱਲਾ ਕੈਨੇਡਾ ਦੇ ਵਿੱਚ ਨਹੀਂ, ਮੇਰੇ ਖਿਆਲ ਬਹੁਤ ਸਾਰੇ ਦੇਸ਼ਾਂ ਦੇ ਆਲ ਓਵਰ ਦੀ ਵਰਲਡ, ਜੇ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਉੱਥੇ ਵੀ ਆਪਾਂ ਇਸ ਤਰ੍ਹਾਂ ਦੀ ਗੱਲ ਆਮ ਹੀ ਕਰਦੇ ਹਾਂ ਵੀ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਬਹੁਤ ਸਾਰੇ ਜਿਹੜਾ ਸਮਾਨ ਹੈ ਉਹ ਪੁਰਾਣਾ ਵਰਤਿਆ ਜਾ ਰਿਹਾ। ਈਵਨ ਜਿਹੜੇ ਲਾਜ਼ ਨੇ ਉਹ ਅੰਗਰੇਜ਼ਾਂ ਦੇ ਟਾਈਮ ਦੇ ਚੱਲੇ ਆ ਰਹੇ ਨੇ, ਤੋਂ ਜਿਨ੍ਹਾਂ ਦੇ ਵਿੱਚ ਵੱਡੇ ਪੱਧਰ ਤੇ ਰਿਫਾਰਮ ਕਰਨ ਦੀ ਲੋੜ ਹੈ। ਸੋ ਇਸੇ ਤਰ੍ਹਾਂ ਹੀ ਮੇਰੇ ਖਿਆਲ ਜਿਹੜਾ ਸਰਕਾਰੀ ਕੰਮ ਹੈ ਜਾਂ ਜਿਹੜੇ ਸਰਕਾਰੀ ਤੰਤਰ ਦੇ ਨਾਲ ਜੁੜੀਆਂ ਚੀਜ਼ਾਂ ਆ ਉਹ ਬੜੀਆਂ ਮੇਰੇ ਖਿਆਲ ਸਲੋ ਤਰੀਕੇ ਦੇ ਨਾਲ, ਤਾਂ ਚਲੋ ਜੋ ਚੱਲ ਰਿਹਾ ਜਿਸ ਤਰ੍ਹਾਂ ਚੱਲ ਰਿਹਾ ਉਸੇ ਤਰ੍ਹਾਂ ਹੀ ਮੇਰੇ ਖਿਆਲ ਚਲਾਉਣ ਦੀ ਗੱਲ ਜਿਹੜੀ ਜ਼ਿਆਦਾ ਚੱਲਦੀ ਹੈ। ਮੈਂ ਇਸ ਚੀਜ਼ ਦਾ ਬੜਾ ਹੈਰਾਨ ਹੁੰਦਾ ਉਹਨਾਂ ਗਰੇਵਾਲ ਸਾਹਿਬ, ਕਿ ਜੇ ਇੱਕ ਕੰਪਨੀ, ਜਿਹੜੀ ਕੋਈ ਵੀ ਆਰਗੇਨਾਈਜੇਸ਼ਨ ਹੈ ਜਿਹੜੀ ਅੱਜ ਤੋਂ 10 ਸਾਲ ਪਹਿਲਾਂ ਬਣੀ, ਹੋਂਦ ਵਿੱਚ ਆਈ, ਉਹਨੇ ਲਾਂਚ ਕੀਤੀ ਉਹ ਕੰਪਨੀ, ਉਹ ਆਪਣੇ ਸਟਰਕਚਰ ਨੂੰ, ਹਰ ਚੀਜ਼ ਨੂੰ ਨਵੇਂ ਤਰੀਕੇ ਦੇ ਨਾਲ, ਆਪਣੇ EMPLOYEES ਨੂੰ, ਸਿਸਟਮਸ ਨੂੰ, ਔਰ ਈਵਨ ਕਿ ਜੋ ਉਹ ਇਕਵਿਪਮੈਂਟ ਯੂਜ਼ ਕਰਦੇ ਨੇ ਉਹ ਨਵੇਂ ਤਰੀਕੇ ਨਾਲ ਕਰ ਸਕਦੇ ਹੈਗੇ ਨੇ। ਤਾਂ ਜਿਹੜੀਆਂ ਸਰਕਾਰਾਂ ਕੋਲ ਸਾਰਾ ਰਸੂਖ ਹੈ, ਜਿਹਨੇ ਸਰਕਾਰਾਂ ਕੋਲ ਸਾਰਾ ਕੁਝ ਅਵੇਲੇਬਿਲਿਟੀ ਹੈ, ਸਾਰੇ ਸੋਰਸ ਉਹਨਾਂ ਕੋਲ ਹੈ ਨੇ, ਵਾਈ ਡੋਂਟ ਦੇ ਡੂ ਇਟ? ਸੋ ਕਿਤੇ ਨਾ ਕਿਤੇ ਉਹਨਾਂ ਦੀ ਜੋ ਇੰਟੈਂਸ਼ਨ ਹੈ, ਮੈਨੂੰ ਲੱਗਦਾ ਉਹ 'ਚ ਕਮੀ ਹੈਗੀ ਹੈ। ਬਿਲਕੁਲ। ਕਿਉਂਕਿ ਜੇ ਇੱਕ ਸਰਕਾਰ ਹੈ, ਇੱਕ ਸਟੇਟ ਹੈ, ਜੇ ਉਹ ਚਾਹੇ ਤਾਂ ਉਹ ਦਿਨਾਂ ਵਿੱਚ ਸਭ ਕੁਝ ਚੇਂਜ ਕਰ ਸਕਦੀ ਹੈਗੀ ਹੈ, ਬਟ ਉਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ
ਜੋ ਬਿਊਰੋਕਰੈਟਸ ਨੇ ਜਾਂ ਜਿਹੜੀ ਵੋਟ ਦੀ ਰਾਜਨੀਤੀ ਵੀ ਜਿਹੜੀ ਵਿੱਚ ਆ ਜਾਂਦੀ ਹੈ ਵੀ ਜੇ ਇਸ ਚੀਜ਼ ਨੂੰ ਅਸੀਂ ਜੇ ਚੇਂਜ ਕਰਾਂਗੇ। ਮੇਰੇ ਖਿਆਲ ਆਮ ਆਪਾਂ ਇੱਥੇ ਵੀ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਤਾਂ ਹੁਣ ਇੱਥੇ ਆਮ ਹੀ ਆਪਾਂ ਦੇਖਣ ਨੂੰ ਮਿਲਦੀ ਹੈ ਇਹ ਚੀਜ਼ ਵੀ ਜੇ ਇਸ ਪਾਰਟਿਕੂਲਰ ਚੀਜ਼ ਦੇ ਵਿੱਚ ਅਸੀਂ ਚੇਂਜਸ ਕਰਾਂਗੇ ਤਾਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਵੋਟ ਬੈਂਕ ਤੇ ਕਿੰਨਾ ਕੁ ਦਾ ਫਰਕ ਪਵੇਗਾ। ਬਿਲਕੁਲ, ਕਿਉਂਕਿ ਉਹ ਇਹ ਦੇਖਦੇ ਨੇ ਕਿ ਸਾਡਾ ਵੋਟ ਬੈਂਕ ਜ਼ਿਆਦਾ ਇੰਪੋਰਟੈਂਟ ਹੈ। ਆਮ ਐਜ਼ ਅ ਕੰਟਰੀ, ਐਜ਼ ਅ ਪਬਲਿਕ, ਤਾਂ ਜੋ ਫਾਇਦੇਮੰਦ ਚੀਜ਼ ਹੈ ਉਹ ਉਸ ਚੀਜ਼ ਨੂੰ ਅਣਦੇਖਾ ਕਰ ਦਿੰਦੇ ਨੇ, ਜਾਂ ਉਹ ਇਸ ਚੀਜ਼ ਨੂੰ ਪ੍ਰੋਲੋਂਗ ਕਰਨਾ ਚਾਹੁੰਦੇ ਨੇ ਵੀ ਚਲੋ ਦੇਖੀ ਜਾਏਗੀ, ਪਹਿਲਾਂ ਅਸੀਂ ਆਪਣੇ ਜੋ ਆਪਣਾ ਵੈਸਟਡ ਇੰਟਰਸਟ ਨੇ ਉਹ ਪੂਰੇ ਕਰੀਏ ਤੇ ਬਾਕੀ ਗੱਲਾਂ ਅਸੀਂ ਬਾਅਦ ਵੀ ਕਰ ਸਕਦੇ ਹੈਗੇ ਆ। ਅੱਛਾ ਹਰਕਿਰਤ ਜੀ, ਇਹ ਆਪਾਂ ਜਿਹੜਾ ਨੌਕਰੀਆਂ ਦੀ ਗੱਲ ਕਰ ਰਹੇ ਹਾਂ ਤੇ ਇਹਦੇ ਨਾਲ ਇਹ ਜਿਹੜਾ ਰਲਦੀ ਮਿਲਦੀ ਇੱਕ ਹੋਰ ਗੱਲ ਵੀ ਆ, ਉਹਦੇ ਵੀ ਚਰਚਾ ਕਾਫੀ ਚੱਲ ਰਹੀ ਆ ਵੀ ਤੁਹਾਨੂੰ ਪਤਾ ਹੀ ਹੈ ਪਿਛਲੇ ਸਮੇਂ ਦੇ ਵਿੱਚ ਰਿਸੈਸ਼ਨ ਦੀ ਗੱਲ ਚੱਲ ਰਹੀ ਸੀ ਵੀ 2023 ਦੇ ਵਿੱਚ ਰਿਸੈਸ਼ਨ ਆਵੇਗਾ। ਸੋ ਹੁਣ ਇਹ ਵੀ ਚਰਚਾ ਹੋ ਰਹੀ ਆ ਵੀ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਵੀ ਲੋਕ ਜਿਹੜੇ ਲੋਕਾਂ ਕੋਲ ਨੌਕਰੀ ਹੈ ਨਹੀਂ ਗੀ ਤੇ ਲੋਕ ਜਿਹੜੇ ਮਹਿੰਗਾਈ ਕਰਕੇ ਕਾਫੀ ਤੰਗ ਨੇ। ਜਿਹੜੀ ਗਰੋਸਰੀ ਆ, ਜੇ ਅਮਰੀਕਾ ਦੀ ਤਾਂ ਇਹ ਖਬਰਾਂ ਆ ਰਹੀਆਂ ਨੇ ਵੀ ਜਿਹੜੀ ਗਰੋਸਰੀ ਉਹ ਲੋਕੀ ਲੋਨ ਤੇ ਜਿਹੜੀ ਗਰੋਸਰੀ ਕਰਦੇ ਨੇ। ਇਸੇ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਆਪਾਂ ਨੂੰ ਕੈਨੇਡਾ ਵਿੱਚ ਵੀ ਮਿਲ ਰਹੀਆਂ ਨੇ ਵੀ ਜਿਹੜੀਆਂ ਫੂਡ ਬੈਂਕਸ ਨੇ ਉੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਨੇ। ਸੋ ਲਾਈਨਾਂ ਤਾਂ ਹੀ ਲੱਗਦੀਆਂ ਨੇ ਵੀ ਜੇ ਲੋਕਾਂ ਦੇ ਕੋਲ ਉਹਨੇ ਪੈਸੇ ਨਹੀਂਗੇ ਕਿ ਆਮ ਸਟੋਰਾਂ ਤੋਂ ਜਾ ਕੇ ਜਿਹੜੇ ਗਰੋਸਰੀ ਖਰੀਦ ਸਕਣ। ਸੋ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਇੱਕ ਮੈਂ ਯੂਐਸ ਦੀ ਰਿਪੋਰਟ ਪੜ੍ਹ ਰਿਹਾ ਸੀ, ਉਹ ਕਹਿ ਰਹੇ ਸੀ ਕਿ ਪੀਪਲ ਆਰ ਗੈਟਿੰਗ ਲੋਨਸ ਟੂ ਬਾਏ ਦ ਗਰੋਸਰੀਜ਼, ਤੇ ਉਹਦੇ ਵਿੱਚ ਇੱਕ ਉਹ ਬਾਏ ਨਾਓ ਤੇ ਪੇ ਲੇਟਰ ਵਾਲੀ ਜਿਹੜੀ ਉਹਨਾਂ ਦੀ ਐਪ ਹੈਗੀ ਆ, ਜੋ ਵੀ ਉਹ ਸਕੀਮ ਹੈ ਉਹਦੇ ਆਧਾਰ ਤੇ ਉਹ ਆਪਣਾ ਵੈਸੇ ਬੇਸਿਕਲੀ ਇਹ ਚੀਜ਼ ਜਿਵੇਂ ਆਰਟੀਕਲਸ ਹੁੰਦੇ ਨੇ ਜਾਂ ਹਾਊਸ ਹੋਲਡ ਚੀਜ਼ਾਂ ਹੁੰਦੀਆਂ ਨੇ ਜਾਂ ਫਰਨੀਚਰ ਹੁੰਦਾ, ਉਹਦੇ ਵਿੱਚ ਆਮ ਕਰਕੇ ਚੱਲਦੀ ਹੈ। ਤੁਸੀਂ ਆਮ ਆਪਣੇ ਕੈਨੇਡਾ ਵਿੱਚ ਵੀ ਇਹ ਚੀਜ਼ ਬੜੀ ਕਾਮਨ ਹੈ ਕਿ ਆਪਾਂ ਹਾਂਜੀ ਕਿ ਤੁਸੀਂ ਸਮਾਨ ਲੈ ਲਓ ਤੇ ਪੇ ਤੁਸੀਂ ਬਾਅਦ ਵਿੱਚ। ਆਮ ਦੇਖੋ ਤੁਸੀਂ ਅੱਜ ਕੱਲ੍ਹ ਹੁਣ ਜੇ ਖਾਸ ਕਰਕੇ ਜਿਹੜੇ ਫਰਨੀਚਰ ਸਟੋਰਸ ਨੇ ਤੁਸੀਂ ਦੇਖੋ, ਤੁਸੀਂ ਹੁਣ ਫਰਨੀਚਰ ਲਓ 6 ਮਹੀਨੇ ਬਾਅਦ ਪੇ ਕਰੋ ਜਾਂ ਸਾਲ ਬਾਅਦ ਪੇ ਕਰੋ, 2 ਸਾਲ ਬਾਅਦ ਪੇ ਕਰੋ ਤੇ ਤੁਹਾਨੂੰ ਕੋਈ ਵਿਆਜ ਵੀ ਨਹੀਂ ਲੱਗਣਾ। ਹਾਂਜੀ, ਪਰ ਹੁਣ ਜੋ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਇਹ ਅਮਰੀਕਾ 'ਚ ਹੁਣ ਗਰੋਸਰੀ ਤੇ ਵੀ ਇਹ ਚੀਜ਼ ਸ਼ੁਰੂ ਹੋ ਗਈ। ਦੈਟਸ ਅ ਵੈਰੀ ਬੈਡ ਸਿਚੁਏਸ਼ਨ। ਪਰ ਉਹ ਕਹਿੰਦੇ ਨੇ ਵੀ ਠੀਕ ਹੈ ਕਿ ਅੱਜ ਜੇ ਆਪਾਂ ਗਰੋਸਰੀ ਪੇ ਟੂ ਪੇ ਚੈੱਕ ਜਿਹੜੇ ਆਪਾਂ ਜੀ ਰਹੇ ਹੈਗੇ ਆ ਤਾਂ ਉਹਦੇ ਨਾਲ ਜੋ ਅੱਜ ਆਪਾਂ ਗਰੋਸਰੀ ਸਾਡੇ ਕੋਲ ਗਰੋਸਰੀ ਵਾਸਤੇ ਪੈਸੇ ਨਹੀਂ ਠੀਕ ਹੈਗੇ ਤਾਂ ਇਹਨੂੰ ਸਰਕਾਰ ਨੂੰ ਇਹ ਚੀਜ਼ ਹੈ ਬੜਾ ਰੈੱਡ ਫਲੈਗ ਕਰ ਦੇਣੀ ਚਾਹੀਦੀ ਹੈ ਕਿ ਇਹ ਚੀਜ਼ ਦੀ ਸਿਚੁਏਸ਼ਨ ਜਿਹੜੀ ਹੈਗੀ ਹੈ ਇਹਨੂੰ ਕਿਵੇਂ ਨਾ ਕਿਵੇਂ ਅਸੀਂ ਆਉਣ ਵਾਲੇ ਟਾਈਮ ਵਿੱਚ ਇਹਨੂੰ ਠੀਕ ਕੀਤਾ ਜਾਵੇ ਹੈਗਾ। ਸੋ ਇਹ ਸਾਰੀ ਚੀਜ਼ਾਂ ਇਨਫਲੇਸ਼ਨ ਜਿਹੜੀ ਕੀ ਹੈ, ਇਨਫਲੇਸ਼ਨ ਦੀ ਆਪਾਂ ਗੱਲ ਕਰੀਏ ਜਾਂ ਆਪਾਂ ਗੱਲ ਕਰੀਏ ਕਿ ਪਿਛਲੇ 2 ਸਾਲਾਂ ਦੇ ਵਿੱਚ ਜਿਹੜੀ ਗਰੋਸਰੀ ਹੈ ਉਹ 25 to 40% ਚੀਜ਼ਾਂ ਇਨਕਰੀਜ਼ ਹੋਈਆਂ ਨੇ। ਉਹਦੇ ਵਿੱਚ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਜਿਹੜੇ ਗਰੋਸਰੀ ਸਟੋਰ ਦੇ ਮਾਲਕ ਨੇ ਜਾਂ ਜਿਹੜੀਆਂ ਕੰਪਨੀਜ਼ ਹੈਗੀਆਂ ਨੇ ਜਿਹੜੀਆਂ ਫੂਡ ਦੇ ਰਿਲੇਟਡ ਆਪਣਾ ਪ੍ਰੋਡਕਟ ਸੈਲ ਕਰਦੀਆਂ ਨੇ ਉਹ ਚ ਜ਼ਬਰਦਸਤੀ ਫਾਇਦਾ ਲੈ ਰਹੀਆਂ ਹੈਗੀਆਂ ਨੇ। ਕਿਸੇ ਕਈ ਵਾਰ ਜੇ ਗੱਲ ਮੈਨੂੰ ਲੱਗਦਾ ਸਹੀ ਵੀ ਹੈਗੀ ਹੈ ਕਿ ਮੈਂ ਦੇਖਦਾ ਹੈਗਾ ਕਿ ਜੇ ਆਪਾਂ ਪੇ ਰੇਟ ਦੀ ਵਧਾਉਣ ਦੀ ਗੱਲ ਕਰੀਏ ਤਾਂ ਉਹ ਵੱਧਦਾ ਹੈਗਾ $1 ਤੇ ਉਹ ਕਈ ਸਾਲਾਂ ਦੇ ਵਿੱਚ ਡਾਲਰ ਵੱਧਦਾ। ਹਾਂਜੀ, ਤੇ ਜਿਹੜੀ ਉਹਦੀ ਪਰਸੈਂਟੇਜ ਹੁੰਦੀ ਹੈ ਉਹ ਹੁੰਦੀ ਹੈ ਅਰਾਊਂਡ 1% ਜਾਂ 2%, ਆਈ ਮੀਨ ਟੂ ਸੇ ਨਹੀਂ 5 to 10%, ਰਾਈਟ 5%। ਪਰ ਜਿਹੜਾ ਰਾਈਜ਼ ਹੁੰਦਾ ਗਰੋਸਰੀ ਦੇ ਪ੍ਰਾਈਸਿਸ ਦੇ ਵਿੱਚ ਉਹ ਹੁੰਦਾ ਘੱਟੋ ਘੱਟ 20% 25%। ਨਾ ਹੁਣ ਕੋਵਿਡ ਤੋਂ ਬਾਅਦ ਹੀ ਤੁਸੀਂ ਦੇਖੋ ਜਿਹੜਾ ਸਿਰਫ ਗਰੋਸਰੀ ਦੇ ਵਿੱਚ ਹੀ 11 ਤੋਂ 15% ਦੇ ਵਿੱਚ ਜਿਹੜਾ ਵਾਧਾ ਹੋ ਗਿਆ ਸੀਗਾ ਕੀਮਤਾਂ ਦੇ ਵਿੱਚ। ਹਾਂਜੀ ਬਿਲਕੁਲ, ਉਹ ਤਾਂ ਆਪਾਂ 11 ਤੋਂ 15% ਗਵਰਨਮੈਂਟ ਦੀ ਸਟੈਟਸ ਆਪਾਂ ਲੈ ਰਹੇ ਹੈਗੇ ਆ, ਹੋ ਸਕਦਾ ਤੋਂ ਜ਼ਿਆਦਾ ਹੋਵੇ। ਪਰ ਜੇ ਆਪਾਂ ਇੱਕ ਆਪਣੇ ਪਾਰਟਿਕੂਲਰ ਇੰਡੀਅਨ ਗਰੋਸਰੀ ਦੀ ਗੱਲ ਕਰੀਏ ਤਾਂ ਉਹ ਤਾਂ ਕਈ ਚੀਜ਼ਾਂ ਡਬਲ ਹੋ ਗਈਆਂ ਨੇ ਉਸ ਚੀਜ਼ ਦੇ ਵਿੱਚ। ਸੋ ਕਿਤੇ ਨਾ ਕਿਤੇ ਉਹ ਵੀ ਸਰਕਾਰ ਨੂੰ ਦੇਖਣਾ ਚਾਹੀਦਾ ਹੈਗਾ ਵੀ ਲਾਈਕ ਡਬਲ ਦੀ ਤੁਸੀਂ ਗੱਲ ਕੀਤੀ ਹੈ। ਜੇ ਸਾਰਿਆਂ ਨੂੰ ਜ਼ਿਆਦਾ ਜਿਹੜਾ ਵਰਤੇ ਜਾਣ ਵਾਲੀ ਚੀਜ਼ ਜੇ ਆਟੇ ਦੀ ਗੱਲ ਕਰੀਏ ਤਾਂ ਤੁਹਾਡੀ ਗੱਲ ਸੱਚੀ ਆ, ਡਬਲ ਹੋ ਗਈ, ਡਬਲ ਹੋ ਗਿਆ। ਸੋ ਸਰਕਾਰ ਨੂੰ ਕਿਤੇ ਨਾ ਕਿਤੇ ਚਾਹੀਦਾ ਕਿ ਵਾਈ ਦਿਸ ਇਜ਼ ਹੈਪਨਿੰਗ। ਆਪਾਂ ਠੀਕ ਹੈ ਗੱਲ ਕਰ ਰਹੇ ਸੀ ਜਦ ਸਪਲਾਈ ਚੇਨ ਡਿਸਟਰਪਟ ਹੋਈ ਸੀ ਔਰ ਉਸ ਟਾਈਮ ਆਪਾਂ ਇਹ ਗੱਲ ਕਹਿ ਸਕਦੇ ਸੀ ਕਿ ਠੀਕ ਹੈ ਜੀ ਇਹ ਚੀਜ਼ ਦੀ ਪ੍ਰੋਬਲਮ ਹੈਗੀ ਆ ਬਿਕੋਜ਼ ਆ ਨਹੀਂ ਰਿਹਾ ਹੈਗਾ। ਬਟ ਨਾਓ ਦ ਸਪਲਾਈ ਚੇਨ ਬੀਨ ਰਿਸਟੋਰਡ ਔਰ ਸਾਰਾ ਕੁਝ ਸਹੀ ਚੱਲ ਰਿਹਾ ਹੈਗਾ। ਦੈਨ ਹੁਣ ਸਰਕਾਰ ਨੂੰ ਇਸ ਚੀਜ਼ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈਗਾ ਕਿ ਸਾਨੂੰ ਪ੍ਰਾਈਸਿਸ ਨੂੰ ਕਿਤੇ ਦੇਖਿਆ ਨਾ ਵੀ ਕਿ ਉਹ ਕੋਈ ਤਾਂ ਫਾਇਦਾ ਚੱਕ ਰਿਹਾ ਹੈਗਾ ਉਸ ਚੀਜ਼ ਦਾ। ਅੱਛਾ ਹਰਕਿਰਤ ਜੀ, ਅੱਜ ਦੇ ਪ੍ਰੋਗਰਾਮ ਦਾ ਸਮਾਂ ਤਕਰੀਬਨ ਆਪਣਾ ਸਮਾਪਤੀ ਵੱਲ ਹੈ। ਅੱਜ ਫਿਰ ਤੁਹਾਡਾ ਸਟੂਡੀਓ ਵਿੱਚ ਆਉਣ ਲਈ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸਿਮਰਨ ਜੀ। ਤੁਸੀਂ ਦੇਖ ਰਹੇ ਸੀ ਦ ਗਰੇਵਾਲ ਸ਼ੋਅ। ਅਗਲੇ ਹਫਤੇ ਫਿਰ ਤੁਹਾਡੇ ਲਈ ਇੱਕ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।